ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨੋਵਲ ਸਤਵੰਤ ਕੌਰ ਦਾ 25ਵਾਂ ਕਾਂਡ। ਹਾਂ ਜੀ, ਸਤਲੁਜੋਂ ਪਾਰ ਪਰੇ ਦੂਰ ਦੂਰ ਇੱਕ ਖਤਰਮਾ ਪਿੰਡ ਹੈ। ਕੀ ਜਾਣੀਏ ਖੰਨੇ ਖੱਤਰੀਆਂ ਦਾ ਵਸਾਇਆ ਹੋਵੇ। ਇੱਥੇ ਇੱਕ ਸਿੱਖ ਘਰਾਣਾ ਹੈ। ਅਖੰਡ ਪਾਠ ਦਾ ਭੋਗ ਪੈ ਰਿਹਾ ਹੈ। ਸੰਗਤ ਜੁੜ ਰਹੀ ਹੈ। ਭੋਗ ਪੈ ਗਿਆ। ਅਰਦਾਸਾ ਸੁਧ ਰਿਹਾ ਹੈ। ਅਰਦਾਸੇ ਦੇ ਅਖੀਰ ਅਰਦਾਸੀਏ ਸਿੰਘ ਨੇ ਆਖਿਆ, ਹੇ ਸੱਚੇ ਪਾਤਸ਼ਾਹ, ਤੇਰੇ ਪ੍ਰੇਮੀਆਂ ਵੱਲੋਂ ਸਰਬ ਸਾਧ ਸੰਗਤ ਵੱਲੋਂ ਬਿਨੇ ਹੈ ਕਿ ਪਾਤਸ਼ਾਹ ਆਪਣੇ ਦੂਰ ਗਏ ਤੇ ਵਿਛੜੇ ਦੁੱਖਾਂ ਦੇ ਮੂੰਹ ਆਏ ਪਰਵਸ ਹੋਏ ਪਿਆਰਿਆਂ ਦੀ ਰੱਛਾ ਕਰ, ਰਿਆਇਤ ਕਰ, ਔਗਣ ਨਾ ਚਿਤਾਰ, ਬਖਸ਼ ਤੇ ਉਹਨਾਂ ਦੇ ਰਸਤੇ ਆਸਾਨ ਕਰ, ਪੈਂਡੇ ਸੌਖੇ ਕਰ, ਮੋਹਾੜਾ ਮੋੜ, ਵਿਛੜੇ ਮਿਲਾ ਆਂਦਰੀ ਠੰਡ ਪਾ। ਹੇ ਦਾਤਾ, ਤਰੁੱਠ ਤੇ ਮੇਰਾਂ ਦੇ ਮੀਂਹ ਪਾ। ਹੇ ਮਾਲਕ ਜੀ, ਜੇ ਆਪ ਦੇ ਭਾਣੇ ਵਿੱਚ ਸਾਡੇ ਪਿਆਰੇ ਆਪ ਦੇ ਦੇਸ਼ ਅੱਪੜ ਗਏ ਹਨ ਤਾਂ ਆਪਣੀਆਂ ਬਿਜਲੀਆਂ ਚਮਕਾ ਕੇ ਸਾਡੇ ਹਨੇਰੇ ਮਨਾਂ ਤੇ ਚਾਨਣੇ ਪਾ, ਜੋ ਅਸੀਂ ਵੇਖੀਏ ਕਿ ਉਹ ਆਪ ਦੇ ਦਰ ਪ੍ਰਵਾਨ ਹੋ ਗਏ ਹਨ। ਹਾਂ, ਅਸੀਂ ਪਿਆਰਿਆਂ ਨੂੰ ਦੁੱਖਾਂ ਵਿੱਚ ਧਿਆਨਣ ਦੀ ਥਾਂ ਆਪ ਦੇ ਦਰ ਸੁੱਖਾਂ ਵਿੱਚ ਧਿਆਨੀਏ। ਕਲੇਜੇ ਠਰਨ, ਛਾਤੀਆਂ ਸ਼ੀਤਲ ਤੇ ਮਨ ਸੁਖੀ ਹੋਣ। ਆਪ ਦਾ ਕੀਰਤਨ, ਆਪ ਦਾ ਨਾਮ ਸਾਡੇ ਮਨਾਂ ਤੇ ਰਾਜ ਕਰੇ। ਦਾਤਾ, ਇਸ ਪਰਿਵਾਰ ਦੀ ਇੱਕ ਮਾਸੂਮ ਕੰਨਿਆ ਪਰਉਪਕਾਰ ਕਰਦੀ ਪਰਵਸ ਪੈ ਗਈ ਹੈ। ਉਸ ਦੀ ਰੱਖਿਆ ਕਰੋ, ਸ਼ਰਮ ਧਰਮ ਬਚਾਓ। ਆਪ ਉਸ ਦੇ ਰਹਿਬਰ ਰਾਖੇ ਤੇ ਮੁਕਤੀ ਦਾਤਾ ਹੋਵੋ। ਮੇਰਾ ਕਰੋ, ਸਾਵਨ ਦੇ ਬੱਦਲਾਂ ਵਾਂਗੂ ਵਰਸੋ। ਮਾਤਾ ਪਿਤਾ ਆਪ ਦੇ ਭਾਣੇ ਵਿੱਚ ਵਸਣ ਤੇ ਸ਼ੁਕਰ ਮਨਾਉਣ ਦੇ ਹਮਲੇ ਮਾਰਦੇ ਹਨ। ਉਹਨਾਂ ਵਿੱਚ ਆਪ ਆਓ, ਸਹਾਰਾ ਦਿਓ, ਭਾਣਾ ਮਿੱਠਾ ਕਰ ਦਿਓ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅਰਦਾਸੇ ਵਿੱਚ ਸਾਰੇ ਇੱਕ ਮਨ ਜੁਟ ਰਹੇ ਸਨ। ਅਰਦਾਸਾ ਸਮਾਪਤ ਹੋ ਗਿਆ। ਸਾਰੇ ਅਡੋਲ ਖੜੇ ਉਸੇ ਭਾਵ ਵਿੱਚ ਜੁੜੇ ਖੜੇ ਹਨ। ਫਿਰ ਸਾਰੇ ਸਿਰ ਝੁਕ ਗਏ, ਤਾਰਨਹਾਰ ਦੇ ਚਰਨੀ ਪੈ ਗਏ। ਸਰਬ ਦੇ ਸੀਸ ਸਹਿਸਪਦ ਬਿਮਲ ਤੇ ਢਹਿ ਗਏ। ਫਿਰ ਸਾਵਧਾਨ ਹੋਏ, ਕੜਾਹ ਪ੍ਰਸ਼ਾਦ ਵਰਤਿਆ ਤੇ ਨਿੱਕੀ ਜਿਹੀ ਸੰਗਤ ਵਿਦਾ ਹੋਈ। ਭੋਗ ਦੇ ਮਗਰੋਂ ਪ੍ਰਸ਼ਾਦੇ ਛਕਾ ਕੇ ਸਤਵੰਤ ਕੌਰ ਦੀ ਮਾਂ ਕੋਠੇ ਉੱਤੇ ਚੁਬਾਰੇ ਜਾ ਬੈਠੀ। ਉਸਦੇ ਪਤੀ ਜੀ ਬਾਹਰ ਕੰਮਕਾਜ ਗਏ। ਮਾਤਾ ਬੈਠੀ ਤਾਂ ਉੱਤੇ ਕਸ਼ੀਦਾ ਲੈ ਕੇ, ਪਰ ਖਿਆਲ ਵਹਿਣੀ ਪੈ ਗਏ। ਭਰੋਸਾ ਹੋ ਆਵੇ ਆਖੇ, ਆਂਦਰਾਂ ਨਹੀਂ ਮੰਨਦੀਆਂ ਕਿ ਬੱਚੀ ਮਰ ਗਈ ਹੈ। ਆਂਦਰਾਂ ਮੰਨਦੀਆਂ ਹਨ ਕਿ ਇੱਕ ਵੇਰੀ ਮਿਲੇਗੀ। ਧੀ ਦੀ ਸੋਚ ਤੇ ਹਿੰਮਤ ਨਿੱਕੀ ਹੁੰਦੀ ਦੀ ਤਕੜੀ ਸੀ। ਨਿੱਕੇ ਨਿੱਕੇ ਕੰਮਾਂ ਵਿੱਚ ਦਾਈਏ ਵਾਲੇ ਹੰਭਲੇ ਮਾਰਦੀ ਹੁੰਦੀ ਸੀ। ਦੁੱਖ ਪੈਂਡੇ ਮੁਸ਼ਕਲਾਂ ਅੱਤ ਹਨ। ਕਦੇ ਗੰਗਾ ਗਈਆਂ ਹੱਡੀਆਂ ਨਹੀਂ ਮੁੜੀਆਂ। ਐਡੇ ਕਠਨ ਪੈੜਿਆਂ ਤੋਂ ਕੌਣ ਮੁੜਿਆ। ਬੌਰੀਆਂ ਵਾਲੇ ਗੁਰਮੁਖ ਬੜੇ ਪਰਉਪਕਾਰੀ ਹਨ। ਉਹ ਕਈਆਂ ਨੂੰ ਲੈ ਕੇ ਆਏ ਹਨ, ਐਤਕੀ ਫੇਰ ਗਏ ਹਨ। ਹੇ ਦਾਤਾ, ਪਾ ਬਰਕਤ ਸਾਡੇ ਬੌਰੀਆਂ ਵਾਲੇ ਪਿਆਰੇ ਵਿੱਚ। ਅਗਵਾਨੀ ਕਰ ਆਪ ਉਹਨਾਂ ਦੀ, ਜੋ ਐਤਕੀ ਮੇਰੀ ਬੱਚੀ ਲੈ ਕੇ ਆਉਣ। ਦਾਤਾ, ਬੌਰੀਆਂ ਵਾਲੇ ਸਾਈਂ ਲੋਕ, ਤੇਰਾ ਜੁਗ ਜੁਗ ਭਲਾ ਨਾਮ ਦੇ ਪਿਆਰੇ। ਤੈਨੂੰ ਹੋਰ ਨਾਮ ਚਿੱਤ ਆਵੇ। ਮੇਰੀ ਆਂਦਰਾਂ ਨੂੰ ਵੀ ਠੰਡ ਪਾ। ਬਸੰਤ ਕੌਰ ਇਸ ਤਰ੍ਹਾਂ ਦੇ ਅਰਦਾਸਿਆਂ, ਦਿਲਬਰੀਆਂ, ਦਿਲਝਵੀਆਂ, ਉਦਾਸੀਆਂ, ਹੰਭਲੇ ਮਾਰਵੀਆਂ ਵਿਚਾਰਾਂ ਵਿੱਚ ਟੁਰ ਰਹੀ ਸੀ ਕਿ ਹੇਠੋਂ ਛੋਟੀ ਕਾਕੀ ਨੇ ਆ ਕੇ ਕਿਹਾ, ਮਾਂ ਜੀ, ਲਿਟਾਂ ਵਾਲੇ ਸੰਤ ਜੀ ਆਏ ਹਨ। ਲਿਟਾਂ ਵਾਲੇ? ਭਗਵੇਂ ਕੱਪੜਿਆਂ ਵਾਲੇ? ਪਿਤਾ ਜੀ ਨੂੰ ਪੁੱਛਿਆ ਨੇ। ਮੈਂ ਦੱਸਿਆ ਹੈ ਬਾਹਰ ਗਏ ਹਨ। ਫਿਰ ਤੂੰ ਸਾਡਾ ਪੁੱਛਣ ਲੱਗੇ। ਮੈਂ ਕਿਹਾ ਉੱਪਰ ਹਨ, ਤਾਂ ਕਹਿਣ ਲੱਗੇ ਪੁੱਛਾ ਅਸੀਂ ਆ ਜਾਈਏ ਕਿ ਬੇਬੇ ਜੀ ਹੇਠਾਂ ਆਉਂਦੇ ਹਨ। ਬਸੰਤ ਕੌਰ ਨੇ ਆਖਿਆ, ਕਾਕੀ ਉੱਤੇ ਹੀ ਲੈ ਆ। ਕਾਕੀ ਹੇਠਾਂ ਉਤਰ ਗਈ ਤਾਂ ਕੋਈ ਪਲ ਮਗਰੋਂ ਸੰਤ ਜੀ ਉੱਪਰ ਆ ਗਏ। ਉੱਤੇ ਆ ਗਏ ਵੇਖ ਕੇ ਤੇ ਅਦਬ ਨਾਲ ਹੱਥ ਜੋੜ ਕੇ ਬੀਬੀ ਨੇ ਸੀਸ ਨਿਵਾ ਕੇ ਪੀੜੀ ਬੈਠਣ ਲਈ ਦਿੱਤੀ ਤੇ ਆਪ ਮੂਹੜੇ ਤੇ ਹੋ ਬੈਠੀ। ਬਸੰਤ, ਚਿਰਕੇ ਆਏ ਭੋਗ ਤੇ ਨਾਪੜੇ। ਲਿਟਾਂ ਵਾਲੇ, ਬੇਬੇ ਜੀ, ਵੱਡੇ ਸੰਤਾਂ ਦਾ ਸਰੀਰ ਕੁਛ ਮਸਤਾਨਾ ਹੈ, ਇਸ ਕਰਕੇ ਢਿੱਲ ਲੱਗ ਗਈ। ਮੈਂ ਤਾਂ ਹੁਣ ਵੀ ਨਹੀਂ ਆ ਸਕਦਾ। ਪਰ ਸੰਤਾਂ ਨੇ ਆਖਿਆ, ਸਾਡੀ ਸੁੱਖ ਹੈ, ਤੂੰ ਜਾ ਕੇ ਸੁਣੀਆਂ ਗੱਲਾਂ ਸੁਣਾ ਆ, ਜੋ ਮਤੇ ਕੋਈ ਉਪਰਾਲਾ ਕਰਨ ਤੇ ਪਤਾ ਲੱਗ ਜਾਵੇ। ਗੱਲ ਇਹ ਹੈ ਕਿ ਰਾਤ ਸਾਡੇ ਗੁਰਦੁਆਰੇ ਦੋ ਸਿੰਘ ਅੰਮ੍ਰਿਤਸਰ ਵੱਲੋਂ ਆਏ ਉਤਰੇ ਹਨ। ਉਹ ਸੰਤਾਂ ਨਾਲ ਬਚਨ ਬਿਲਾਸ ਲੁਕਵਾਂ ਜਿਹਾ ਕਰਦੇ ਸਨ। ਜੋ ਸਾਡੇ ਸੰਤਾਂ ਸਮਝੇ ਉਹ ਇਉਂ ਹਨ ਕਿ ਬੌਰੀਆਂ ਵਾਲੇ ਮਹਾਂਪੁਰਖ ਐਤਕੀ ਕਾਬਲ ਦੀ ਧਰਤੀ ਤੋਂ ਬੜੇ ਕਾਮਯਾਬ ਆਏ ਹਨ। ਇੱਥੋਂ ਤਾਈਂ ਕਿ ਸ਼ਤਰੂਜੀਤ ਸਿੰਘ ਦਾ ਬੇਟਾ ਵੀ ਲੈ ਆਏ ਸੁਣੇ ਹਨ। ਬਸੰਤ ਕੌਰ ਤਰਬਕ ਕੇ, ਹੈਂ, ਉਹ ਤਾਂ ਨਿੱਕਾ ਜਿਹਾ ਦੁੱਧ ਚੁੰਘਦਾ ਬੱਚਾ ਗਿਆ ਸੀ। ਉਹ ਮੇਰੀ ਜਾਂਚੇ 20 ਵਰੇ ਹੋ ਗਏ। ਤਾਂ ਫਾਥਾ ਸੀ, ਉਹ ਕਿਵੇਂ ਸਿਆਣਿਆ ਗਿਆ ਤੇ ਕਿਵੇਂ ਲੱਭਿਆ। ਲਿਟਾਂ ਵਾਲੇ, ਮਾਈ ਜੀ, ਥੋ ਨਹੀਂ ਕਿਵੇਂ ਇਹ ਦੱਸਦੇ ਹਨ ਕਿ ਉਸਦੀ ਤਾਂ ਮਾਤਾ
ਜਾਂਦਿਆਂ ਹੀ ਸ਼ਹੀਦ ਹੋ ਗਈ ਤੇ ਉਹ ਬੜੇ ਖਾਨ ਦਾ ਪੁੱਤਰ ਹੋ ਕੇ ਪਲਿਆ। ਉਸ ਨੂੰ ਕਿਵੇਂ ਮਾਂ ਦਾ ਗੁਟਕਾ ਕੜਾ ਤੇ ਕਿਰਪਾਨ ਮਿਲ ਗਏ ਤੇ ਉਸ ਤੋਂ ਪਤਾ ਚੱਲ ਗਿਆ ਕਿ ਮੈਂ ਅਫਗਾਨ ਹਾਂ। ਮੈਂ ਅਫਗਾਨ ਨਹੀਂ, ਮੈਂ ਸਿੱਖ ਹਾਂ। ਬਸ ਕਾਇਆ ਪਲਟ ਗਈ, ਖਾਲਸਾਈ ਅਣਖ ਜਾਗ ਪਈ ਤੇ ਦੇਸ਼ ਅੱਪੜ ਗਿਆ ਤੇ ਪੰਥ ਨਿਆਏ ਨੂੰ ਮਿਲਾ ਲਿਆ। ਮਾਈ ਧੰਨ ਕਲਗੀਆਂ ਵਾਲਾ, ਧੰਨ ਦਾਤਾ, ਧੰਨ ਬੰਦੀ ਮੋਚ, ਧੰਨ ਆਪਣਿਆਂ ਦੀ ਰੱਖਿਆ ਰਿਆਇਤ ਕਰਨ ਵਾਲਾ। ਵਾਹ ਵਾਹ ਮੇਰੇ ਸਾਈਆਂ, ਵਾਹ ਤੂੰ ਧੰਨ। ਇਉਂ ਕਹਿੰਦੀ ਜਾਏ ਤੇ ਨੈਣਾ ਤੋਂ ਕੋਈ ਹੰਝੂ ਕਿਰੇ। ਪਿਆਰੇ ਦਾਤਾ, ਮੇਰਾ ਵਾਲੇ ਦਾਤਾ, ਧੰਨ ਤੇਰਾ ਪਿਆਰ। ਸੰਤ ਮਾਈ ਜੀ, ਅੱਗੋਂ ਮੈਨੂੰ ਪੱਕੀ ਗੱਲ ਨਹੀਂ ਮਿਲੀ, ਪਰ ਇਹ ਵੀ ਉਹ ਕਹਿੰਦੇ ਹਨ ਕਿ 2 ਮਾਈਆਂ ਵੀ ਗੁਰਮੁਖ ਜੀ ਨਾਲ ਲਿਆਏ ਹਨ। ਕੀ ਜਾਣੀਏ ਇਹਨਾਂ ਵਿੱਚ ਆਪਣੀ ਸਤਵੰਤ ਹੋਵੇ। ਮੈਨੂੰ ਸੰਤਾਂ ਨੇ ਕਿਹਾ ਹੈ ਕਿ ਦੱਸ ਆ, ਤਾਂ ਜੋ ਉਹ ਸ਼੍ਰੀ ਅੰਮ੍ਰਿਤਸਰ ਤੋਂ ਪਤਾ ਕਰ ਲੈਣ ਕਿ ਕਾਕੀ ਆ ਗਈ ਹੋਵੇ ਤਾਂ ਭਾਲ ਕਰ ਲੈਣ, ਤਾਂ ਜੋ ਵਿਯੋਗ ਦੀਆਂ ਛਿਨਾਂ ਜਿੰਨੀਆਂ ਘਟ ਸਕਣ ਘਟ ਜਾਣ। ਬਸੰਤ ਕੌਰ ਦੇ ਪੰਥਕ ਪਿਆਰ ਨਾਲ ਭਰੇ ਹਿਰਦੇ ਵਿੱਚ ਸ਼ਤਰੂਜੀਤ ਸਿੰਘ ਦੇ ਬੇਟੇ ਦੀ ਲੱਭ ਤੇ 20-20 ਵਰ੍ਹੇ ਤੱਕ ਪੰਥ ਦੇ ਇੱਕ ਬੱਚੇ ਲਈ ਵੀ ਟੋਲ ਜਾਰੀ ਰੱਖਣ ਦੀ ਸਿਫਤ ਦੇ ਚਾਉ ਤੇ ਫਿਰ ਉਸ ਦੇ ਲੱਭ ਪੈਣ ਦੀ ਖੁਸ਼ੀ ਨੇ ਉਛਾਲਾ ਦਿੱਤਾ ਕਿ ਜਿਸ ਵਿੱਚ ਉਹ ਆਪਣੇ ਵਿਯੋਗ ਨੂੰ ਭੁੱਲ ਗਈ ਸੀ। ਉਸ ਦਾ ਮਨ ਸਾਈਂ ਦੀ ਸਿਫਤ ਸਲਾਹ ਵਿੱਚ ਉੱਚਾ ਉੱਠ ਰਿਹਾ ਸੀ। ਲਿਟਾਂ ਵਾਲੇ ਦੀ ਯਾਦ ਕਰਾਉਣ ਨਾਲ ਸਤਵੰਤ ਕੌਰ ਦੀ ਯਾਦ ਤ੍ਰਿਖੀ ਹੋ ਗਈ। ਬਿਰਹੋਂ ਦੀ ਖਿੱਚ ਮਤੇ ਆ ਗਈ ਹੋਵੇ ਦੀ ਆਸ, ਪੱਕੀ ਖਬਰ ਨਾ ਹੋਣ ਦਾ ਸੰਸਾ। ਸਾਰੇ ਭਾਵਾਂ ਨੇ ਹਿਰਦੇ ਨੂੰ ਇੱਕ ਝੰਜੋਲ ਦਿੱਤੀ। ਕਾਲੀ ਹੋ ਕੇ ਮੁੜ ਸੰਤਾਂ ਤੋਂ ਕੁਛ ਪੁੱਛੇ, ਪਰ ਉਹਨਾਂ ਨੇ ਜਿੰਨੀ ਗੱਲ ਸੁਣੀ ਸੀ ਉਸ ਤੋਂ ਵੱਧ ਦਾ ਪਤਾ ਨਹੀਂ ਸਨ ਰੱਖਦੇ। ਫਿਰ ਉਸੇ ਘਬਰਾ ਵਿੱਚ ਉਸ ਨੂੰ ਸੁੱਝੀ ਕਿ ਜੇ ਕਿਤੇ ਸ਼ਤਰੂਜੀਤ ਸਿੰਘ ਦਾ ਬੇਟਾ ਮਿਲ ਪਵੇ ਤਾਂ ਉਸ ਤੋਂ ਮਤਾ ਪੁੱਛੇ, ਉਸ ਨੂੰ ਮੇਰੀ ਬੱਚੜੀ ਦਾ ਪਤਾ ਹੋਵੇ। ਇਸ ਪੁੱਛ ਦੇ ਉੱਤਰ ਵਿੱਚ ਲਿਟਾਂ ਵਾਲੇ ਨੇ ਆਖਿਆ, ਉਹ ਸਿੰਘ ਰਾਤੀ ਦੱਸਦੇ ਸਨ ਕਿ ਸ਼ਤਰੂਜੀਤ ਸਿੰਘ ਦਾ ਬੇਟਾ ਆਪਣੀ ਭੈਣ ਭਣਵਈਏ ਨੂੰ ਮਿਲਣ ਗਿਆ ਹੈ। ਬਸੰਤ ਕਿੱਥੇ? ਲਿਟਾਂ ਵਾਲੇ। ਉਸ ਦਾ ਭਣਵਈਆ ਲਾਲ ਰਤਨ ਸਿੰਘ ਜੀ ਪਹਿਲੇ ਤਾਂ ਬਟਾਲੇ ਹੀ ਰਿਹਾ ਕਰਦਾ ਸੀ, ਪਰ ਫਿਰ ਹੁਣ ਕੰਦੀ ਜਾ ਰਿਹਾ ਹੈ, ਕੰਦੀ ਰਾਵੀ ਦੀ ਸ਼ਾਹਪੁਰ ਕੰਦੀ। ਬਸੰਤ ਪਸਿੱਤੇ ਪਾਸੇ ਕਿਉਂ ਸੁੱਖ ਹੈ? ਲਿਟਾਂ ਵਾਲੇ। ਉੱਥੇ ਉਹ ਪੰਥ ਸੇਵਾ ਲਈ ਹੀ ਜਾ ਟਿਕੇ ਹਨ। ਵੈਦ ਹਨ ਸਿਆਣੇ, ਸਾਰੇ ਇਰਦ ਗਿਰਦ ਰਾਵੀਓਂ ਪਾਰ ਟਿੱਬੀਆਂ ਦੇ ਗਿਰਾਵਾਂ ਵਿੱਚ ਲਾਗ ਬਸੋਲੀ ਤੱਕ ਸਾਰੇ ਲੋਕ ਉਹਨਾਂ ਦੇ ਹਸਾਨਮੰਦ ਹੋ ਗਏ ਹਨ। ਆਪਣੀ ਵਿਦੰਗੀ ਤੇ ਮਿੱਠਤ ਪਿਆਰ ਨਾਲ ਥਾਂ ਗਿਰਾਂ ਉਹਨਾਂ ਦੇ ਸੇਵਕ ਬਣ ਗਏ ਹਨ। ਜੇ ਕੋਈ ਪੰਥ ਪਿਆਰਾ ਜਾਂ ਜੱਥਾ ਕਿਸੇ ਔਕੜ ਵੇਲੇ ਜਾਵੇ ਤਾਂ ਚੋਖੀ ਗਿਣਤੀ ਨੂੰ ਸੰਭਾਲ ਲੈਂਦੇ ਹਨ। ਇੱਕ ਘਰ ਵਿੱਚ ਇੱਕ ਸਿੱਖ ਗਿਰਾਂ ਦੇ 2-2 4-4 ਸਿੱਖ ਵੰਡ ਦੇਣ ਤਾਂ ਇੱਕ ਚੋਖੀ ਗਿਣਤੀ ਨੂੰ ਓਟ ਆਸਰਾ ਮਿਲ ਜਾਂਦਾ ਹੈ। ਉਹਨਾਂ ਦੇ ਅਹਿਸਾਨ ਤੇ ਪਿਆਰ ਕਰਕੇ ਲੋਕੀ ਸੇਵਾ ਕਰਦੇ ਤੇ ਭੇਤ ਰੱਖਦੇ ਹਨ। ਆਪ ਉਹ ਨਿਰਮਾਣ ਚੁੱਪ ਮਾਨੋ ਕੋਈ ਸਿਲਾ ਪਈ ਹੈ। ਇਸ ਤਰ੍ਹਾਂ ਲੱਗਦੇ ਹਨ, ਪਰ ਅੰਦਰੋਂ ਦਗ ਕਰਦੇ ਹਨ ਉੱਚੇ ਜੀਵਨ ਨਾਮ ਦੇ ਪਿਆਰ ਨਾਲ। ਸਮਾਂ ਸਫਲ ਕਰਦੇ ਹਨ ਆ ਬਣੀ ਤੇ ਪੰਥਕ ਲੋੜਵੰਦਾਂ ਦੀ ਸੇਵਾ ਵਿੱਚ। ਜਦੋਂ ਜ਼ਖਮੀ ਕੇ ਬਿਮਾਰ ਸਿੱਖ ਪਹੁੰਚ ਜਾਣ ਤਾਂ ਥਾਂ ਕੁੱਲੀ ਅੰਨ ਬਸਤਰ ਵੀ ਦਿੰਦੇ ਹਨ ਤੇ ਇਲਾਜ ਮਾਲਜਾ ਵੀ ਕਰਦੇ ਹਨ। ਇਹ ਹੈ ਮਾਤਾ ਜੀ ਜੀਵਨ ਭਾਈ ਲਾਲ ਰਤਨ ਸਿੰਘ ਜੀ ਦਾ। ਤੁਹਾਨੂੰ ਆਪ ਨੂੰ ਵੀ ਕੁਝ ਪਤਾ ਹੋਣਾ ਹੀ ਹੈ। ਬੀਬੀ ਲਾਲਮਨ ਕੰਵਰ ਸ਼ਤਰੂਜੀਤ ਸਿੰਘ ਜੀ ਦੀ ਲਾਡਲੀ ਬੱਚੀ ਸੀ। ਆਪਣੇ ਪ੍ਰਾਣ ਪਤੀ ਦੇ ਨਾਲ ਤਿਆਰ ਬਰ ਤਿਆਰ ਹੈ। ਉਸ ਦਾ ਜੁੱਸਾ ਜਰਾ ਸੋਲ ਹੈ। ਕਦੇ ਵੀਰ ਮਾਂ ਦੇ ਵਿਛੋੜੇ ਵਿੱਚ ਇਸ ਤਰ੍ਹਾਂ ਨਿਢਾਲ ਹੋ ਜਾਂਦੀ ਹੈ ਕਿ ਮਾਨੋ ਹੋ ਮੁੱਕਦੀ ਹੈ, ਪਰ ਵੈਦ ਜੀ ਦਾਰੂਆਂ ਦੇ ਜ਼ੋਰ ਵੱਲ ਕਰ ਹੀ ਲੈਂਦੇ ਹਨ। ਇਹ ਸੁਣ ਕੇ ਬਸੰਤ ਦੇ ਆਪਣੇ ਅਥਰੂ ਭਰ ਆਏ। ਧੀ ਵਿਯੋਗ ਦੀ ਨਸ਼ਤਰ ਤਿੱਖੀ ਹੋ ਚੁੱਭੀ, ਬੁੱਲ ਥਰਕਣ ਲੱਗ ਪਏ ਤੇ ਕਲੇਜਾ ਕੰਬਣ ਲੱਗ ਗਿਆ। ਸੰਤਾਂ ਨੇ ਡਿੱਠਾ ਕਿ ਅਸਾਂ ਬੀਬੀ ਦੀਆਂ ਬੜੀਆਂ ਨਾਜ਼ੁਕ ਦਿਲ ਤਰਬਾਂ ਛੇੜ ਦਿੱਤੀਆਂ ਹਨ, ਪਰ ਹੱਛਾ ਇਹ ਝਰਨਾਟ ਲੰਘ ਜਾਵੇਗੀ ਜਿਵੇਂ ਲੰਘਦੀਆਂ ਰਹੀਆਂ ਹਨ ਅਗਲੀਆਂ ਝਰਨਾਟਾਂ। ਬਸੰਤ ਕੌਰ ਰਜਾ ਵਿੱਚ ਤਕੜੀ ਸੀ। ਥੋੜੇ ਹੀ ਚਿਰ ਬਾਅਦ ਸੱਚੀ ਮੁੱਚੀ ਉਸਦੇ ਮਨ ਨੇ ਭਾਣੇ ਵੱਲ ਰੁਖ ਕਰਕੇ ਦਿਲ ਉੱਚਾ ਕੀਤਾ ਤੇ ਅੱਖਾਂ ਪੂੰਝ ਕੇ ਬੁੱਲ ਟੁੱਕ ਕੇ ਤਕੜੀ ਹੋ ਕੇ ਆਖਿਆ, ਪਤੀ ਜੀ ਦੱਸਦੇ ਸਨ ਕਿ ਤੁਸਾਂ ਧਿਰਾਂ ਜਾਣਾ ਹੈ। ਲਿਟਾਂ ਵਾਲੇ। ਜੀ ਹਾਂ, ਵੱਡੇ ਸੰਤਾਂ ਨੂੰ ਪੰਥ ਦਾ ਹੁਕਮ ਆਇਆ ਹੈ ਕਿ ਤਰਾਂ ਵਿੱਚ ਇੱਕ ਸਿੱਖ ਪਰਵਸ ਪਿਆ ਹੈ ਅਰ ਇੱਕ ਕਬੀਲਾ ਹਿੰਦੂਆਂ ਦਾ ਵੀ ਉੱਥੇ ਪਰਵਸ ਪਿਆ ਹੈ। ਉਹ ਵੀ ਨਿਕਲਣਾ ਚਾਹੁੰਦੇ ਹਨ, ਉਹਨਾਂ ਦੋਹਾਂ ਨੂੰ ਕੱਢਣਾ ਹੈ, ਸੋ ਉਹਨਾਂ ਨੂੰ ਕੱਢਣ ਵਾਸਤੇ ਮੇਰੀ ਸੇਵਾ ਨੂੰ ਵੰਗਾਰਿਆ ਗਿਆ ਹੈ। ਮਾਈ ਕਿਉਂ? ਬੌਰੀਆਂ ਵਾਲੇ ਉਧਰ ਨਹੀਂ ਜਾਂਦੇ? ਸੰਤ ਬੀਬੀ ਜੀ, ਮੈਂ ਪਸ਼ਤੋ ਸਾਫ਼ ਬੋਲਦਾ ਹਾਂ ਤੇ ਉਧਰ ਦੀ ਬੋਲੀ ਪਸ਼ਤੋ ਹੈ। ਬੌਰੀਆਂ ਵਾਲੇ ਪਸ਼ਤੋ ਜਾਣਦੇ ਤਾਂ ਹਨ, ਪਰ ਫਾਰਸੀ ਵਿੱਚ ਵਧੇਰੇ ਤਕੜੇ ਹਨ। ਅੱਗੇ ਮੈਂ 1-2 ਵਾਰ ਤਿਰਾਂ ਹੋ ਆਇਆ ਹਾਂ। ਮੇਰੇ ਉੱਥੇ ਜਾਣੂ ਪਛਾਣੂ ਸੇਵਕ ਮੁਰੀਦ ਬਹੁਤੇ ਹਨ।
ਉਹਨਾਂ ਦੀ ਮਦਦ ਨਾਲ ਕੰਮ ਸਾਰ ਲਈਦਾ ਹੈ। ਨਾਲੇ ਬੀਬੀ, ਮੈਂ ਹੋਇਆ ਇੱਕ ਟਹਿਲੀਆਂ ਤੇ ਬੋਰੀਆਂ ਵਾਲੇ ਇੱਕ ਰਤਨ ਹਨ, ਉਹਨਾਂ ਨੂੰ ਸਾਂਭ ਕੇ ਰੱਖਣਾ ਚਾਹੀਏ। ਮੈਂ ਤਾਂ ਨਹੀਂ ਚਾਹੁੰਦਾ ਕਿ ਉਹ ਕਦੇ ਵੀ ਉਸ ਕਠੋਰ ਧਰਤੀ ਵੱਲ ਜਾਣ। ਉਹ ਤਾਂ ਪੰਥ ਨੂੰ ਜਿੰਦ ਨਾਲੋਂ ਪਿਆਰੇ ਕਰਕੇ ਤੇ ਭੈੜੀ ਨਜ਼ਰ ਤੋਂ ਵੀ ਲੁਕਾ ਕੇ ਰੱਖਣੇ ਚਾਹੀਦੇ ਹਨ। ਵਧੀਕ ਕੀਮਤੀ ਰੂਹਾਂ ਨੂੰ ਜੋਖੋਂ ਵਿੱਚ ਪੈਣੋਂ ਵਧੀਕ ਬਚਾਉਣਾ ਚਾਹੀਏ। ਬਸੰਤ, ਸੱਚ ਕਿਹਾ ਨੇ। ਉਹ ਗੁੱਝੇ ਲਾਲ ਹਨ, ਪੂਰੇ ਭਾਂਡੇ ਹਨ। ਹਾਂ ਸੱਚੀ, ਤੁਹਾਨੂੰ ਲਾਲ ਚੋਲੇ ਵਾਲੇ ਨੂੰ ਹਿੰਦੂ ਸਮਝ ਕੇ ਉਧਰ ਦੇ ਲੋਕੀ ਔਖ ਨਹੀਂ ਦਿੰਦੇ। ਸੰਤ, ਨਹੀਂ ਬੇਬੇ ਜੀ, ਉੱਥੇ ਉਹਨਾਂ ਦੇ ਫਕੀਰ ਬਣ ਕੇ ਜਾਈਦਾ ਹੈ, ਉਹਨਾਂ ਨੂੰ ਉਹਨਾਂ ਦੇ ਹੋ ਕੇ ਮੁਰੀਦ ਕਹੀਦਾ ਹੈ। ਇਸ ਤਰ੍ਹਾਂ ਸਹਾਇਤਾ ਦੇ ਢੰਗ ਕੱਢ ਲਈਦੇ ਹਨ। ਨਹੀਂ ਤਾਂ ਬੇਬੇ ਜੀ, ਸ਼ੇਰ ਦੀਆਂ ਦਾੜਾਂ ਵਿੱਚੋਂ ਮਾਸ ਕੱਢਣਾ ਕੋਈ ਸੌਖਾ ਹੈ। ਬਸੰਤ, ਰੱਬ ਭਲਾ ਕਰੇ ਨੇ, ਤੁਸੀਂ ਨਹੀਂ ਖੇਚਲ ਕਰ ਸਕਦੇ ਜੋ ਮੇਰੀ ਸਤਵੰਤ ਦਾ ਵੀ ਗਏ ਹੋਏ ਕੋਈ ਖੁਰਾ ਖੋਜ ਕੱਢੋ। ਸੰਤ, ਸਿਰ ਦੇ ਤਾਣ ਹਾਜ਼ਰ ਹਾਂ। ਹੁੰਦੀਆਂ ਆਈਆਂ ਸੂਹਾਂ ਤੋਂ ਤੁਸੀਂ ਪਹਿਲਾਂ ਸਾਰਾ ਥਹੁ ਕਰ ਲਓ। ਮੇਰੇ ਤੁਰਨ ਵਿੱਚ ਹਜੇ ਮਹੀਨਾ ਹੈ। ਜੇ ਤਾਂ ਬੀਬੀ ਆ ਗਈ ਹੋਵੇ ਤਾਂ ਸੁੱਖ, ਨਹੀਂ ਤਾਂ ਮੈਂ ਸਾਰੀ ਸਰਹੱਦ ਵਿੱਚ ਟੋਲ ਕਰਾਂਗਾ ਤੇ ਅਫਗਾਨਿਸਤਾਨ ਵਿੱਚ ਜਾਣ ਦਾ ਵੀ ਹੀਆ ਕਰਾਂਗਾ। ਬਸੰਤ, ਨਾਮ ਚਿਤਾਵੇ ਗੁਰੂ ਮਿਹਰ ਕਰੇ, ਨਾਮ ਚਿਤ ਰਹੇ ਸਦਾ ਸਦਾ। ਹੁਣ ਲਿਟਾਂ ਵਾਲੇ ਸੰਤ ਜਾਣ ਨੂੰ ਕਾਲੇ ਸਨ। ਆਪ ਦਾ ਡੇਰਾ ਰਿਆਸਤ ਪਟਿਆਲਾ ਵਿੱਚ ਸੀ। ਆਪ ਪੰਥ ਦਰਦੀ ਸੇਵਕ ਸਨ। ਪਿਆਰੇ ਪਿਆਰੇ ਸਿੱਖ ਸਾਧੂ ਬਣ ਕੇ ਤਦੋਂ ਇਸ ਤਰ੍ਹਾਂ ਦੇ ਰੰਗਾਂ ਵਿੱਚ ਰਹਿ ਕੇ ਮੁਸ਼ਕਲ ਵੇਲੇ ਸੇਵਾ ਕਰਦੇ ਸਨ, ਜਾਂ ਸਹਿਜਧਾਰੀ ਹੋ ਸਹਿਜਧਾਰੀ ਰਹਿ ਕੇ ਬਸਤੀਆਂ ਵਿੱਚ ਵਸਦੇ, ਕੰਮਕਾਜ ਕਰਦੇ, ਵਪਾਰਾਂ ਨੌਕਰੀਆਂ ਵਿੱਚ ਹੁੰਦੇ ਹੋਏ ਪੰਥ ਦੀ ਚੁੱਪਚਾਪ ਹਰ ਪਾਸਿਓਂ ਸਹਾਇਤਾ ਕਰਦੇ ਸਨ। ਇਸ ਤਰ੍ਹਾਂ ਸਿੱਖਾਂ ਨੂੰ ਆਪਣੇ ਬੋਲੇ ਵਿੱਚ ਤਦੋਂ ਕੌਮ ਵਿੱਚ ਖੁਲਾਸਾ ਸਿੱਖ ਵੀ ਆਖਦੇ ਹੁੰਦੇ ਸਨ। ਇਹਨਾਂ ਦੇ ਘਰੀ ਲੁਕਣ ਦੀਆਂ ਠਾਰਾਂ, ਇਹਨਾਂ ਦੀ ਅਕਲ ਮੁਸ਼ਕਲਾਂ ਦੇ ਹੱਲ, ਇਹਨਾਂ ਦੀ ਕਮਾਈ ਖਰਚਾਂ ਵਿੱਚ ਮਦਦਗਾਰ ਹੋਇਆ ਕਰਦੀਆਂ ਸਨ। ਕਾਂਡ 26ਵਾਂ। ਸੰਤ ਹੁਣ ਉਤਾਵਲੇ ਹੋ ਗਏ। ਬਸੰਤ ਕੌਰ ਬੇਚੈਨ ਬੈਠੀ ਨੂੰ ਛੱਡ ਗਏ, ਜਿਸ ਦਾ ਜੀ ਕਾਹਲਾ ਹੈ ਕਿ ਛੇਤੀ ਪਤਾ ਲੱਗੇ। ਦਿਲ ਨੂੰ ਹੁਣ ਕੁੜਲ ਨਹੀਂ ਪੈਂਦੇ, ਪਰ ਬੇਚੈਨੀ ਹੁੰਦੀ ਹੈ ਕਿ ਕਿਵੇਂ ਉੱਡ ਜਾਵਾਂ, ਮਾਝੇ ਤੇ ਧੀ ਇਉਂ ਟੋਲ ਲਵਾਂ ਜਿਵੇਂ ਕੋਇਲ ਉਡਾਰੀਆਂ ਮਾਰ ਬੱਚੇ ਨੂੰ ਲੱਭ ਲੈਂਦੀ ਹੈ। ਪਰ ਫੇਰ ਨਿਰਾਸ਼ਾ ਆਉਂਦੀ ਹੈ ਕਿ ਖਬਰੇ ਉਹ ਨਾ ਆਈ ਹੋਵੇ, ਉਸਦਾ ਪਤਾ ਹਜੇ ਨਾ ਲੱਗਾ ਹੋਵੇ। ਇਸੇ ਹਾਲ ਰਾਤ ਪੈ ਗਈ। ਪਤੀ ਜੀ ਆ ਗਏ। ਸਾਰੀ ਵਿਥਿਆ ਉਹਨਾਂ ਨੂੰ ਸੁਣਾਈ। ਉਹ ਵੀ ਸੋਚੀ ਪੈ ਗਏ, ਪਰ ਫਿਰ ਆਖਣ ਲੱਗੇ, ਜੇ ਗੁਰਮਤੀ ਦੇ ਵੇਲੇ ਬੱਚੀ ਸ਼ਤਰੂਜੀਤ ਸਿੰਘ ਦੇ ਬੇਟੇ ਨਾਲ ਪੁੱਜੀ ਹੈ, ਤਦ ਹੁਣ ਤੱਕ ਉਹ ਘਰ ਅੱਪੜਦੀ ਜਾਂ ਬੌਰੀਆਂ ਵਾਲੇ ਦਾਤਾ ਜੀ ਸਾਨੂੰ ਖਬਰ ਘੱਲ ਕੇ ਆਂਦਰੀ ਠੰਡ ਪਾਉਂਦੇ। ਉਹ ਬੜੇ ਮਿਰਦੁਲ ਹਨ, ਨਰਮ ਦਿਲ ਵਾਲੇ ਹਨ, ਕੂਲੇ ਕੂਲੇ ਪ੍ਰੇਮ ਦਾ ਰੂਪ ਹਨ। ਬਸ ਨਾਮ ਵਿੱਚ ਰੱਤੇ, ਰੱਬ ਨਾਲ ਲੱਗੇ ਰਹਿਣਾ, ਕੁਛ ਕਰਨਾ ਤਾਂ ਭਲਾ ਉਹਨਾਂ ਕਿਉਂ ਸੁੱਧ ਨਾ ਕੱਲੀ। ਅਕਾਲ ਬੁੰਗੇ ਵੱਲੋਂ ਹੀ ਸੂਹ ਆ ਜਾਂਦੀ, ਸੋ ਵਿਸਵਾ ਬੱਚੀ ਨਹੀਂ ਆਈ। ਬਸੰਤ, ਸਾਈਆਂ ਜੀਓ, ਜੁਗ ਜੁਗ ਜੀਓ। 100 ਗੱਲਾਂ ਹੋ ਜਾਂਦੀਆਂ ਹਨ, ਪਤਾ ਤਾਂ ਮਗਾਓ ਨਾ। ਇਹ ਜੋ ਹੁਣ ਅਵੱਲੀ ਧੂ ਸ਼ੁਰੂ ਹੋਈ ਹੈ ਤੇ ਘਬਰਾ ਪਾਉਂਦੀ ਹੈ, ਇਹ ਤਾਂ ਕਿਸੇ ਪਿੜ ਪੱਤਣ ਲੱਗੇ। ਪਤੀ, ਜੀਓ ਜੀ, ਸਤ ਬਚਨ। ਮੈਂ ਤਾਂ ਤੁਸਾਂ ਨਾਲ ਇੱਕ ਵਿਚਾਰ ਦੀ ਗੱਲ ਕੀਤੀ ਹੈ, ਬਾਕੀ ਸਵੇਰੇ ਹੀ ਕਿਸੇ ਨੂੰ ਪੰਜਾਬ ਟੋਰਦਾ ਹਾਂ। ਰਾਹ ਖਹਿੜੇ ਦੇ ਕੀ ਹਾਲ ਹਨ ਪਤਾ ਕਰ ਲਵਾਂ, ਫਿਰ ਮੈਂ ਆਪ ਵੀ ਜਾਣ ਨੂੰ ਤਿਆਰ ਹਾਂ। ਅਕਾਲ ਬੁੰਗੇ ਦੇ ਜਥੇਦਾਰ ਨੂੰ ਮਿਲਾਂਗਾ, ਬੌਰੀਆਂ ਵਾਲੇ ਦਾਤਾ ਜੀ ਨੂੰ ਮਿਲਾਂਗਾ। ਜਦੋਂ ਉਹ ਪਿਛਲੀ ਵੇਰ ਅਫਗਾਨਿਸਤਾਨ ਨੂੰ ਟੁਰੇ ਸਨ, ਬੱਚੀ ਵਾਸਤੇ ਮੈਂ ਖਾਸ ਜਾ ਕੇ ਆਖਿਆ ਸੀ। ਇਸ ਪ੍ਰਕਾਰ ਪਤੀ ਪਤਨੀ ਦੀਆਂ ਰਾਤ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਦੋਹਾਂ ਨੂੰ ਨੀਂਦ ਪੈ ਗਈ, ਪਰ ਉਖੜ ਵੀ ਕਦੇ ਪਈ ਕਦੇ ਖੁੱਲ ਗਈ। ਹਾਂਜੀ, ਦਿਨ ਲੰਘਦੇ ਗਏ, ਦਿਨ ਲੰਘਦੇ ਹਨ, ਕਦੇ ਦਿਨ ਅਟਕੇ ਹਨ। ਦੁੱਖ ਹੋਵੇ, ਸੁੱਖ ਹੋਵੇ, ਟਿਕਾਓ ਹੋਵੇ, ਉੱਚੜ ਚਿੱਤੀ ਘਬਰਾ ਹੋਵੇ, ਜੋ ਹੋਵੇ ਸੋ ਹੋਵੇ, ਦਿਨ ਲੰਘੀ ਜਾਂਦੇ ਹਨ, ਸੋ ਲੰਘਦੇ ਹੀ ਗਏ। ਮਾਂ ਕਦੇ ਘਬਰਾ ਵਿੱਚ, ਕਦੇ ਅਰਦਾਸ ਵਿੱਚ, ਕਦੇ ਟਿਕਾਓ ਵਿੱਚ, ਕਦੇ ਉੱਚੀ, ਕਦੇ ਗੇਨਤੀਆਂ ਵਿੱਚ ਲੱਗੀ ਰਹੀ। ਕਾਕੀ ਦੇ ਪਿਤਾ ਜੀ ਨੇ ਇੱਕ ਇਤਬਾਰੀ ਬਦਰੱਕਾ ਅਕਾਲ ਬੁੰਗੇ ਦੇ ਜਥੇਦਾਰ ਵੱਲ ਟੋਰਿਆ, ਇੱਕ ਪਟਿਆਲੇ ਟੋਰਿਆ, ਜੋ ਮਤਾ ਰਿਆਸਤ ਵੱਲੋਂ ਗੁਰਮਤੇ ਤੇ ਗਏ ਕੋਈ ਸੱਜਣ ਸੁੱਧ ਲਿਆਏ ਹੋਣ, ਪਰ ਹਜੇ ਕਿਸੇ ਪਾਸਿਓਂ ਕੋਈ ਨਹੀਂ ਸੀ ਮੁੜਿਆ। ਰਾਤ ਪੈਰ ਬੀਤ ਚੁੱਕੀ ਹੈ, ਚੰਦਰਮਾ ਦੀ ਚਾਂਦਨੀ ਝਟਕ ਰਹੀ ਹੈ। ਜਿੰਨਾ ਪਾਣੀਆਂ ਤੇ ਪੈ ਰਹੀ ਹੈ, ਉਹ ਚਾਨਣੇ ਦੇ ਆਸਰੇ ਚੰਦ ਦਾ ਦਰਸ਼ਨ ਕਰ ਰਹੇ ਖਿੜ ਖਿੜ ਹੱਸ ਰਹੇ ਹਨ। ਜਿੰਨਾ ਰੇਤਿਆਂ ਤੇ ਪੈ ਰਹੀ ਹੈ, ਉਹਨਾਂ ਦੇ ਚਮਕਦੇ ਕਿਨਕੇ ਚੰਦ ਵੱਲ ਨਜ਼ਰ ਲਾਈ ਹੁਲਾਰਿਆਂ ਵਿੱਚ ਨੈਣ ਝਮਕੇ ਪਾ ਰਹੇ ਹਨ। ਕੁਦਰਤ ਅਡੋਲ ਹੈ, ਸਾਰੇ ਸੁੱਤੇ ਪਏ ਹਨ। ਤਾਰੇ ਸੁੱਤਿਆਂ ਨੈਣਾਂ ਨੂੰ ਵੇਖ ਵੇਖ ਸੈਨਤਾ ਮਾਰਦੇ ਹਨ, ਪਰ ਸੁੱਤੇ ਨੈਣ ਸੁੱਤੇ ਹੀ ਪਏ ਹਨ। ਕੁਛ ਸਾਰ ਨਹੀਂ ਕਿ ਅਰਸ਼ਾਂ ਤੋਂ ਕੌਣ ਨੂਰ ਵਰਸਾ ਰਹੇ ਹਨ। ਬਸੰਤ ਕੌਰ ਦੇ ਘਰ ਮਲਕੜੇ ਬੂਹਾ ਖੜਕਿਆ।
ਸਿੰਘ ਜੀ ਤਾਂ ਸੌਂ ਗਏ ਸਨ, ਪਰ ਬੀਬੀ ਜੀ ਹਜੇ ਜਾਗ ਰਹੇ ਸੀ। ਦੀਵਾ ਟਿਮ-ਟਿਮ ਕਰ ਰਿਹਾ ਸੀ। ਬੀਬੀ ਆਪਣੇ ਬਿਸਤਰੇ ਤੇ ਲੇਟੀ ਝਰੋਖਿਆਂ ਵਿੱਚੋਂ ਆ ਰਹੇ ਚੰਦ ਤੇ ਤੱਕ ਰਹੇ ਤਾਰਿਆਂ ਨਾਲ ਗੱਲਾਂ ਕਰ ਰਹੀ ਸੀ। ਆਵਾਜ਼ ਸੁਣ ਕੇ ਚੁਬਾਰੇ ਵਿੱਚੋਂ ਸਹਿਜੇ ਬੋਲੀ, ਭਾਈਆ ਜੀ ਕੌਣ ਹੈ? ਆਵਾਜ਼ ਲਿਟਾਂ ਵਾਲੇ। ਆਵਾਜ਼ ਪਛਾਣ ਕੇ ਬੀਬੀ ਛੇਤੀ-ਛੇਤੀ ਹੇਠਾਂ ਉਤਰੀ, ਸਹਿਜੇ ਹੋੜਾ ਪੁਆਇਆ, ਜਿੰਦਰਾ ਖੋਲ੍ਹਿਆ, ਕੁੰਡਾ ਖੋਲ੍ਹਿਆ, ਆਖਿਆ ਜਿਉਂ ਆਇਆਂ ਨੂੰ। ਪਰ ਇਸ ਛਿਣ ਚੇਤਾ ਆ ਗਿਆ ਕਿ ਚੁਬਾਰੇ ਵਿੱਚ ਬੈਠਣ ਨੂੰ ਥਾਂ ਨਹੀਂ, ਮੈਂ ਛੇਤੀ ਜਾ ਕੇ ਥਾਂ ਬਣਾਵਾਂ, ਕੁੰਡਾ ਮਾਰ ਆਇਆ ਜੇ। ਕਹਿੰਦੀ ਉਤਾਵਲੀ ਬਸੰਤ ਉੱਤੇ ਚਲੀ ਗਈ। ਮੰਜਾ ਆਪਣਾ ਚਾਹਿਆ, ਪੀੜੀ ਸੰਤਾਂ ਵਾਸਤੇ ਡਾਹੀ ਤੇ ਜਰਾ ਵਿੱਥ ਤੇ ਸਫ ਵਿਛਾ ਕੇ ਬੈਠ ਗਈ ਤੇ ਸੋਚਣ ਲੱਗ ਪਈ, ਸੁੱਖ ਹੋਵੇ ਸੰਤ ਐਸ ਵੇਲੇ ਆਏ ਹਨ, ਖਬਰੇ ਸੁੱਖ ਦੀ ਸਹੁੰ ਲਿਆਏ ਹੋਣ, ਖਬਰੇ ਮੇਰੇ ਦਿਲ ਅਣਹੋਣੀਆਂ ਆਸਾਂ ਦੇ ਜੋ ਸੱਪ ਜਗਾ ਗਏ ਹਨ, ਨਿਰਾਸਾਂ ਦੀ ਸਹੁੰ ਲਿਆ ਕੇ ਉਹਨਾਂ ਦੇ ਫੁੰਕਾਰੇ ਠੰਡੇ ਕਰਨ ਆਏ ਹਨ। ਇਸ ਪ੍ਰਕਾਰ ਦੇ ਖਿਆਲ ਬਿਜਲੀ ਦੇ ਵੇਗ ਵਾਂਗੂ ਸਿਰ ਵਿੱਚੋਂ ਲੰਘਦੇ ਹਨ ਕਿ ਇੰਨੇ ਨੂੰ ਪੌੜੀਆਂ ਵਿੱਚੋਂ ਚੜ੍ਹਨ ਦੀ ਆਵਾਜ਼ ਆਈ, ਪਰ ਕਦਮ ਹੌਲੇ ਹਨ, ਪੋਖੜ ਦੀ ਆਵਾਜ਼ ਮੱਧਮ ਹੈ। ਰਾਤ ਹੋਣ ਕਰਕੇ ਸੰਤ ਜਾਣ ਕੇ ਹੌਲੇ ਕਦਮ ਸੁੱਟਦੇ ਹੋਣਗੇ, ਜੋ ਗੁਆਂਢੀ ਨਾ ਕੋਈ ਜਾਗੇ। ਸੋਚਦੀ ਬਸੰਤ ਕੌਰ ਦੇ ਦਿਮਾਗ ਅੱਗੋਂ ਇੱਕਦਮ ਸਾਰੇ ਵਿਛੋੜੇ ਦਾ ਬੀਤਿਆ ਨਕਸ਼ਾ ਲੰਘਿਆ। ਨੈਣ ਭਰ ਆਏ ਤੇ ਲੂ ਕੰਡੇ ਖੜੇ ਹੋ ਗਏ। ਹਾਏ ਸਤਵੰਤ ਦਾ ਸੰਕਲਪ ਚੀਰਦਾ ਕਲੇਜੇ ਵਿੱਚੋਂ ਲੰਘਿਆ। ਇੰਨੇ ਨੂੰ ਆ ਗਏ ਭਗਵੇਂ ਚੋਲੇ ਵਾਲੇ। ਅੰਦਰ ਲੰਘ ਮਾਂ ਦੇ ਡੁਬਡੁਬਾਏ ਨੈਣਾਂ ਨੇ ਵੜਦੇ ਤੱਕੇ, ਪਰ ਚੋਲੇ ਵਾਲੀ ਪੀੜੀ ਤੇ ਨਹੀਂ ਬੈਠੇ। ਕੜਮ ਬਸੰਤ ਦੀ ਗੋਦ ਵਿੱਚ ਤੇ ਗਲਵਕੜੀ ਪੈ ਗਈ। ਇੱਕ ਛਿਣ ਦੇ ਵੀ ਕਿੰਨੇ ਹੀ ਨਿੱਕੇ ਹਿੱਸੇ ਵਿੱਚ, ਜਿੰਨੇ ਚਿਰ ਵਿੱਚ ਕਿ ਬੀਬੀ ਤ੍ਰਭਕੀ ਕਿ ਹੈ ਸੰਤ ਕੀ ਆਖ ਤੇ ਮੇਰੀ ਗੋਦੀ ਵਿੱਚ ਬੈਠਣਾ ਕੀ ਆਖ। ਹਾਂ, ਉਸ ਤੋਂ ਵੀ ਤਿਰਖੇ ਵੇਗ ਨਾਲ ਝੋਲੀ ਬੈਠੀ ਸੁਰਤ ਦੀ ਆਵਾਜ਼ ਆਈ, ਅੰਮੀ, ਤੇ ਗਲਵਕੜੀ ਪੈ ਗਈ ਹੋਰ ਤ੍ਰਿਖੀ। ਗਲਵਕੜੀ ਹੋ ਗਈ ਚੰਬੜ, ਕਰੜੀ ਬੇਤਸ ਚੰਬੜ, ਘੁੱਟ ਕੇ ਘੁੱਟੀ ਰਹਿ ਜਾਣ ਵਾਲੀ ਚੰਬੜ। ਡਾਢੇ ਹੀ ਤਿਰਖੇ ਨੱਸੇ ਜਾਂਦੇ ਸਮੇਂ ਦੇ ਡਾਢੇ ਨਿੱਕੇ ਚਿਰ ਵਿੱਚ ਮਾਂ ਦਾ ਤੜਫਦਾ ਰਿਦਾ ਉਸ ਮਿੱਠੀ ਛੋਹ ਔਰ ਉਸ ਮਮਤਾ ਭਰੀ ਆਵਾਜ਼ ਨੂੰ ਸਿਆਣ ਗਿਆ ਤੇ ਸਿਆਣਦੇ ਸਾਰ ਆ ਮੁਹਾਰੇ ਮਾਂ ਦੀ ਬੱਚੀ ਦੇ ਦੁਆਲੀ ਕਲਾਈਆਂ ਚੰਬੜ ਗਈਆਂ। ਸਿਰ ਨੂੰ ਇੱਕ ਬੇਸੁਧੀ ਛਾ ਗਈ। ਚੌਹਾਂ ਦੀਆਂ ਕਲਾਈਆਂ ਦੀ ਘੁੱਟ ਅਸਹਿ ਚੰਬੜ ਹੈ। ਹਾਏ ਪਿਆਰ, ਤੇਰੀਆਂ ਪੀੜਾਂ ਹਰ ਲੈਣ ਵਾਲੀਆਂ ਅਦਾਵਾਂ। ਵਾਹ ਉਸ ਡਾਢੀ ਘੁੱਟ ਵਿੱਚ ਦੋਹਾਂ ਨੂੰ ਹੋਸ਼ ਹੀ ਨਹੀਂ। ਜੁੱਸੇ ਤੋਂ ਵੱਧ ਚੰਬੜੇ ਹਨ, ਕੁਟੀਜੇ ਹਨ, ਪਰ ਘੁੱਟ ਦੀ ਪੀੜ ਨਹੀਂ ਪਈ। ਹਾਂ, ਜੁੱਸੇ ਕੁਟੀਜੇ ਹਨ ਕਿ ਨੇੜੇ ਤੋਂ ਨੇੜੇ ਹੋ ਜਾਣ, ਪਰ ਇਸ ਤੋਂ ਵੱਧ ਹੋਰ ਨੇੜੇ ਕੀ ਹੋਣ। ਨੇੜੇ ਤੋਂ ਨੇੜੇ ਤਾਂ ਮਨ ਹੁੰਦੇ ਹਨ, ਸੋ ਹੁਣ ਉਹ ਵੀ ਹੋ ਗਏ ਹਨ। ਨੇੜੇ ਤੋਂ ਨੇੜੇ ਆਪੋ ਵਿੱਚ ਘੁਲ ਮਿਲ ਲੀਨ ਹੋ ਗਏ ਹਨ। ਮਨ ਵਿੱਚ ਮਨ ਦੀ ਪ੍ਰੇਮ ਦੀ ਪਿਘਲਾਹਟ ਤੇ ਮਮਤਾ ਦੀ ਧਾਂ ਵਜਵੀਂ ਖਿੱਚ ਹਨ। ਹਾਂ, ਆਪੇ ਵਿੱਚ ਮਨ ਗੁੰਮ ਹੋ ਗਏ ਹਨ, ਜਾਂ ਆਖੋ ਬੇਸੁੱਧ ਹੋ ਗਏ ਹਨ, ਬੇਸੁਰਤ ਹਨ। ਪਰ ਵੇਖੋ, ਸੁਰਤ ਤਾਂ ਸੁਰਤ ਵਿੱਚ ਰਲ ਮਿਲ ਗਈ ਹੈ, ਸੁਰਤ ਸੁਰਤ ਵਿੱਚ ਪਰੋ ਹੋ ਗਈ ਹੈ। ਸੁਰਤਾਂ ਬੇਸੁਰਤ ਕਿਉਂ ਹਨ? ਸੁਰਤ ਸੁਰਤ ਵਿੱਚ ਰਲ ਕੇ ਮਗਨਾਨੰਦ ਹੋ ਰਹੀ ਹੈ। ਉਹ ਯਤਨ ਜੋ ਜੁੱਸਿਆਂ ਨੇ ਇੱਕ ਹੋਣ ਦਾ ਕੀਤਾ ਹੈ, ਉਹ ਮਨਾਂ ਦੇ ਇੱਕ ਹੋ ਜਾਣ ਵਿੱਚ ਆਪਣੇ ਮਨੋਰਥ ਦੇ ਕਮਾਲ ਨੂੰ ਅੱਪੜ ਗਿਆ ਹੈ। ਮਨ ਮਨ ਵਿੱਚ ਲੀਨ ਹੈ, ਚਿੱਤ ਚਿੱਤ ਵਿੱਚ ਸਮਾ ਰਿਹਾ ਹੈ। ਰੰਗ ਲੱਗ ਰਿਹਾ ਹੈ, ਰੰਗ ਦੇ ਦੋ ਰੰਗ ਇੱਕ ਰੰਗ ਕੀਤੇ ਹਨ। ਰੰਗ ਘਣਾ ਹੋ ਗਿਆ ਹੈ। ਮਾਂ ਧੀ ਪ੍ਰੇਮ ਵਿੱਚ, ਧੀ ਮਾਂ ਪ੍ਰੇਮ ਵਿੱਚ ਗੁੰਮ ਹਨ। ਗੁੰਮ ਰਹੋ ਜੀਓ ਜੀ, ਗੁੰਮ ਰਹੋ ਪ੍ਰੇਮੀਓ। ਇਹੋ ਹੀ ਵੇਲਾ ਜੇ ਇਹੋ ਛਿਣ ਹੈ ਜਿਸ ਨੂੰ ਦੇਵ ਲੋਚਦੇ ਹਨ। ਇਹੋ ਪਿਆਰ ਸੰਗਮ ਹੈ ਜਿਸ ਵਿੱਚ ਵਿੱਥਾਂ ਵਾਲੇ ਵਿੱਥਾਂ ਮੇਟ ਕੇ ਆਪੇ ਵਿੱਚ ਗੁੰਮਦੇ ਹਨ। ਭਾਗ ਹੋਣ ਤਾਂ ਗੁੰਮਿਆ ਆਪਾ ਕਿਸੇ ਹੋਰ ਉਚੇਰੀ ਚੋਟੀ ਤੇ ਜਾ ਲੱਭਦਾ ਹੈ। ਹਾਂ ਮਾਂ ਧੀ, ਹਾਂ ਬੇਟੀ ਅੰਮੀ, ਗੁੰਮ ਹੋਈਆਂ ਰਹੋ ਜਦ ਤੱਕ ਸਮਾਂ ਆਗਿਆ ਦੇਵੇ। ਆਪੋ ਵਿੱਚ ਮਿਲੀਆਂ ਆਪੇ ਵਿੱਚ ਗੁੰਮ ਰਹਿਣਾ। ਹਾਂ, ਇਸ ਆਪਾ ਘੁਲ ਮਿਲ ਸਮਾਧੀ ਵਿੱਚ, ਇਸ ਆਪੇ ਦੇ ਆਪੇ ਤੋਂ ਭੁੱਲ ਮਾਪਿਆਂ ਵਿੱਚ ਸਮਾਈ ਪਾਉਣ ਵਾਲੀ ਸਮਾਧੀ ਨੇ ਪਰਤਾ ਖਾਧਾ। ਲੰਮੇ ਲੰਮੇ ਸਾਹ ਆਏ। ਮਾਂ ਦਾ ਹੱਥ ਪਿੱਠ ਤੇ ਫਿਰਨ ਲੱਗਾ। ਪਹਿਲੀ ਆਵਾਜ਼ ਆਈ, ਸਤਵੰਤ। ਦੂਜੀ ਆਵਾਜ਼ ਆਈ, ਅੰਮੀ ਜੀਓ, ਅੰਮੀ। ਪਰ ਹੁਣ ਫੇਰ ਬੇਸੁਧੀ ਦੀ ਲਹਿਰ ਜਿਹੀ ਛਾਂਦੀ ਜਾਂਦੀ ਹੈ। ਮੁੜ ਮੁੜ ਸਿਰ ਵਿੱਚ ਵੱਜਦੀ ਹੈ, ਪਰ ਘੱਟ ਵੱਜਦੀ ਹੈ। ਮੁੜ ਮੁੜ ਵੱਜਦੀ ਢਿੱਲੀ ਹੁੰਦੀ ਜਾਂਦੀ ਹੈ। ਪਿੱਠ ਤੇ ਹੱਥ ਫਿਰਦੇ ਹਨ, ਮੱਥਾ ਚੁੰਮੀਦਾ ਹੈ ਤੇ ਹੋਸ਼ ਕੰਮ ਕਰਦੀ ਹੈ। ਹੁਣ ਮਾਂ ਵੇਖਦੀ ਹੈ ਕਿ ਬੱਚੀ ਦਾ ਮੁਖੜਾ ਫਿਰ ਗਲੇ ਲਾ ਲੈਂਦੀ ਹੈ। ਇਉਂ ਮਿਲਦਿਆਂ ਹੁਣ ਸੰਸੇ ਹੁਰੀ ਆ ਗਏ।
ਹੈ ਇਹ ਸਤਵੰਤ ਹੈ ਕਿ ਸਤਵੰਤ ਦਾ ਸੁਪਨਾ। ਨੈਣ ਤਾਂ ਉਸ ਪਿਆਰ ਨਸ਼ੇ ਵਿੱਚ ਮਿਟ ਜਾਂਦੇ ਹਨ, ਖੁੱਲ੍ਹਦੇ ਹਨ, ਦੇਖਦੇ ਹਨ, ਪਰ ਮਨ ਕਹਿੰਦਾ ਹੈ ਸੁਪਨਾ ਹੈ ਕਈ ਵੇਰ ਆਇਆ। ਫਿਰ ਧੀ ਨੂੰ ਘੁੱਟ ਲੈਂਦੀ ਹੈ, ਜ਼ੋਰ ਦੀ ਘੁੱਟਦੀ ਹੈ, ਤਕੜਾ ਜੱਫਾ ਮਾਰਦੀ ਹੈ, ਮਤੇ ਅੱਜ ਵੀ ਇਹ ਸੁਪਨਾ ਹੀ ਨਾ ਹੋ ਜਾਵੇ। ਫਿਰ ਪੁੱਛਦੀ ਹੈ ਸਤਵੰਤ ਤੂੰ ਹੈ? ਧੀ ਅੰਮੀ ਜੀ। ਮਾਂ ਸੱਚਮੁੱਚ? ਧੀ ਅੰਮੀ ਜੀ। ਮਾਂ ਤੂੰ ਸੁਪਨਾ ਨਹੀਂ? ਧੀ ਘੁੱਟ ਕੇ ਜੱਫਾ ਮਾਰਦੀ ਹੈ। ਉਹ ਮਾਂ ਦੀ ਛਾਤੀ ਨਾਲ ਸਿਰ ਸਹਿਲਾ ਕੇ ਲਾਉਂਦੀ ਹੈ, ਊਂ ਕਰਦੀ ਹੈ, ਕਹਿੰਦੀ ਹੈ ਅੰਮੀ ਮੈਂ ਹਾਂ, ਪਰ ਹਾਏ ਸੁਪਨਿਆਂ ਹੱਥੋਂ ਕਈ ਵੇਰ ਛਲੀ ਜਾ ਚੁੱਕੀ। ਮਾਂ ਬਾਹਾਂ ਘੁੱਟ ਵੇਖਦੀ ਹੈ, ਪਿੱਠ ਤੇ ਚੁੰਡੀ ਭਰਦੀ ਹੈ, ਸਿਰ ਤੇ ਕੇਸ ਟਟੋਲਦੀ ਹੈ, ਫਿਰ ਕੰਡ ਨੂੰ ਹੱਥ ਨਾਲ ਦੱਬ ਕੇ ਛਾਤੀ ਨਾਲ ਘੁੱਟਦੀ ਹੈ। ਆਪਣੇ ਹੱਥ ਨੂੰ ਚੱਕ ਮਾਰ ਕੇ ਚੀਸ ਪ੍ਰਤੀਤ ਕਰਦੀ ਹੈ, ਹਾਂ ਅੱਜ ਸੁਪਨਾ ਨਹੀਂ ਹੈ। ਹੁਣ ਹੋਰ ਹੋਸ਼ ਪਰਤਦੀ ਹੈ, ਨੈਣ ਝਮਾਝਮ ਭਰ ਆਉਂਦੇ ਹਨ, ਲੂੰ ਕੰਡੇ ਹੁੰਦੇ ਹਨ, ਅੰਦਰ ਗੁਦਗੁਦੀ ਹੁੰਦੀ ਹੈ, ਆਵਾਜ਼ ਮਾਰਦੀ ਹੈ, ਕੰਠ ਭਰ ਆਉਂਦਾ ਹੈ ਤੇ ਗਦਗਦ ਹੋ ਜਾਂਦਾ ਹੈ। ਮਿੱਠੇ ਨਿੱਗੇ ਤੇਲ ਵਰਗੇ ਚਮਕਦੇ ਮੋਤੀ ਸਤਵੰਤ ਦੀਆਂ ਗੱਲਾਂ ਤੇ ਪੈ ਰਹੇ ਹਨ। ਪਿਆਰ ਦੇ ਅੰਦਰਲੇ ਸਮੁੰਦਰ ਠਾਠਾ ਮਾਰ ਕੇ ਬਾਹਰ ਆ ਗਏ ਹਨ, ਪ੍ਰੀਤਮਾ ਨੂੰ ਆਪ ਧਾਂ ਕੇ ਮਿਲ ਰਹੇ ਹਨ। ਹੁਣ ਮਾਂ ਨਾ ਪਿਆਰ ਸਮਾਧੀ ਵਿੱਚ ਹੈ, ਨਾ ਸੰਸੇ ਵਿੱਚ। ਕੁਛ ਤਾਂ ਪਿਆਰ ਦੀ ਉਮੰਡ ਚੜ੍ਹ ਆਈਆਂ ਕਾਂਗਾਂ ਵਿੱਚ ਰੁੜ ਪਈ ਹੈ। ਧੀ ਨੂੰ ਘੁੱਟਦੀ ਹੈ, ਸਿਰ ਤੇ ਕੰਡ ਪੁਰ ਹੱਥ ਫੇਰਦੀ ਹੈ, ਨੈਣ ਭਰ ਡੁੱਲਦੇ ਹਨ, ਫੇਰ ਭਰਦੇ ਹਨ, ਫੇਰ ਡੁੱਲਦੇ ਹਨ, ਹੱਥ ਫੇਰ ਘੁੱਟਦੇ ਹਨ, ਛਾਤੀ ਨਾਲ ਧੀ ਨੂੰ ਲਾ ਘੁੱਟਦੇ ਰਜਦੇ ਨਹੀਂ। ਕੋਈ ਅਗੰਮ ਦੀ ਧੂ ਮਾਂ ਨੂੰ ਬਹਿਬਲ ਕਰ ਰਹੀ ਹੈ। ਹਾਂ ਮਾਂ ਉਸ ਆਪਣੇ ਹੀ ਜਿਗਰ ਦੇ ਟੁਕੜੇ ਦੀ ਛੂਹ ਪਾ ਕੇ, ਛੂਹ ਰਸ ਲੈ ਕੇ ਜਿਉ ਪੈ ਰਹੀ ਹੈ। ਕਲੇਜੇ ਨੂੰ ਕੁਛ ਹੁੰਦਾ ਹੈ, ਕੀ ਹੁੰਦਾ ਹੈ ਕੌਣ ਕਹੇ। ਆ ਮਿਲੀ ਹੈ ਧੀ, ਮੇਲ ਵਿੱਚ ਤਾਂ ਖੁਸ਼ੀ ਲੋੜੀਏ, ਪਰ ਇੱਥੇ ਇਸ ਵੇਲੇ ਕੁਛ ਹੋ ਰਿਹਾ ਹੈ। ਕੀ ਹੋ ਰਿਹਾ ਹੈ? ਕੁਛ ਹੋ ਰਿਹਾ ਹੈ। ਮਾਂ ਆਪਣਾ ਸਿਰ ਚਾਹੁੰਦੀ ਹੈ, ਧੀ ਦੀ ਠੋਡੀ ਹੇਠ ਹੱਥ ਦੇ ਕੇ ਮੂੰਹ ਉੱਚਿਆਂ ਕਰਦੀ ਹੈ, ਵਸਦੇ ਹੰਝੂਆਂ ਦੇ ਸ਼ੀਸ਼ਿਆਂ ਵਿੱਚ ਸਤਰੰਗੀ ਝਾਲ ਵਿੱਚ ਧੀ ਦਾ ਦਰਸ਼ਨ ਕਰਦੀ ਹੈ, ਮੱਥਾ ਚੁੰਮਦੀ ਹੈ, ਫਿਰ ਗਲੇ ਲਿਪਟ ਕੇ ਘੁੱਟ ਕੇ ਫਰਨ ਡੁੱਲ ਪੈਂਦੀ ਹੈ। ਮਾਂ ਦੇ ਤਰੇਲ ਮੋਤੀ ਧੀ ਦੀਆਂ ਠੰਡੀਆਂ ਗੱਲਾਂ ਤੇ ਪੈ ਰਹੇ ਹਨ, ਪਰ ਧੀ ਦੇ ਤਰੇਲ ਮੋਤੀ ਉਸਦੀ ਆਪਣੀ ਝੋਲੀ ਵਿੱਚ ਹੀ ਕਿਰਦੇ ਹਨ। ਸਤਵੰਤ ਲਵੋ ਬੇਟਾ ਜੀਓ, ਇਹੋ ਪਿਆਰ 500 ਮੀਲ ਤੋਂ ਧੂ ਲਿਆਏ ਹਨ, ਇਹੋ ਪਿਆਰ ਜਫਰਾਂ ਨੂੰ ਖੁਸ਼ੀਆਂ ਨਾਲ ਪੁਗਵਾ ਆਏ ਹਨ। ਪਿਆਰ ਖਿਨ ਅੰਦਰਲੇ ਦੀ ਪ੍ਰੇਮ ਪ੍ਰੀਤੀ ਦੀ ਛਿਨ ਨੂੰ ਮਾਨੋ, ਰਸ ਪ੍ਰੇਮ ਪ੍ਰੀਤੀ, ਪ੍ਰੇਮ ਅਨੁਭਵ, ਪ੍ਰੇਮ ਰਸ ਲੀਨਤਾ। ਹਾਂ ਇਹੋ ਗੁੱਝੇ ਡੁਗਾਨਾਂ ਦੇ ਭਾਵ ਹਨ ਬੇਟਾ ਜੀਓ, ਇਹੋ ਤਾਂ ਜੀਵਨ ਹਨ। ਸਮਾਂ ਪਤਾ ਨਹੀਂ ਕਿੰਨਾ ਲੰਘ ਗਿਆ, ਅੰਮੀ ਹਜੇ ਰੱਜੀ ਨਹੀਂ, ਉਸੇ ਰੰਗ ਵਿੱਚ ਰੱਤੀ ਹੋਈ ਧੀ ਦੀ ਛੂਹ ਤੋਂ ਪਰੇ ਨਹੀਂ ਹੁੰਦੀ। ਆਪੇ ਰਤਾ ਕੋ ਮੂੰਹ ਤੱਕਣ ਲਈ ਵਿਤ ਕਰਦੀ ਹੈ, ਆਪੇ ਫਿਰ ਗਲ ਨਾਲ ਘੁੱਟ ਲੈਂਦੀ ਹੈ, ਝਮ ਰੋ ਪੈਂਦੀ ਹੈ, ਵਾਸਤਾ ਹੀ ਬੱਚੀਏ ਹੁਣ ਨਾ ਸੁਪਨਾ ਹੋਵੀਂ, ਹੇ ਮੇਰੀ ਆਪਣੀ ਲਾਲੀ ਦੇ ਜੁੱਸੇ ਹੁਣ ਨਾ ਪਰਛਾਵਾਂ ਹੋਵੀਂ। ਦੂਜਾ ਪੈਰ ਵੱਜ ਗਿਆ, ਸਿੰਘ ਜੀ ਨੇ ਪਾਸਾ ਪਰਤਿਆ, ਜਾਗ ਖੁੱਲ੍ਹ ਗਈ। ਚੰਦ ਦਾ ਸਾਰਾ ਚਾਨਣ ਅੰਦਰ ਪੈ ਰਿਹਾ ਸੀ, ਦੀਵਾ ਆਪੇ ਬੁਝ ਗਿਆ ਸੀ। ਸਿੰਘ ਜੀ ਨੂੰ ਕੋਈ ਬੈਠਾ ਦਿਸਿਆ, ਖਿਆਲ ਆਇਆ ਬਸੰਤ ਕੌਰ ਬੈਠੀ ਪਾਠ ਕਰਦੀ ਹੋ ਸੀ, ਪਰ ਦੂਜੀ ਛਿਨ ਬਸੰਤ ਕੌਰ ਭੁੰਜੇ ਬੈਠੀ ਦਿਸੀ। ਫਿਰ ਉਹਦੀ ਝੋਲੀ ਵਿੱਚ ਭਗਵੇਂ ਰੰਗ ਦਾ ਝੋਲਾ ਪਿਆ, ਗੌਂ ਕਰਕੇ ਤੱਕਿਆ ਤਾਂ ਠੀਕ ਭਗਵੇਂ ਵੇਸ ਵਾਲਾ ਕੋਈ ਬੈਠਾ ਹੈ। ਆਪ ਨੇ ਤਾਰਿਆਂ ਵੱਲ ਤੱਕਿਆ ਤਾਂ ਰਾਤ ਦਾ ਕੁਛ ਅੰਦਾਜ਼ਾ ਲਾਇਆ, ਫਿਰ ਘਬਰਾ ਕੇ ਉਧਰ ਤੱਕੇ, ਸੱਚਮੁੱਚ ਕੋਈ ਭਗਵੇਂ ਰੰਗ ਵਾਲਾ ਗੋਦੀ ਵਿੱਚ ਬੈਠਾ ਹੈ, ਅਰ ਦੋਵੇਂ ਇੱਕ ਦੂਜੇ ਨੂੰ ਚੁੰਬੜੇ ਬੈਠੇ ਹਨ। ਆਪਣੇ ਘਰ ਕਿਸੇ ਬੱਚੇ ਦੇ ਭਗਵੇਂ ਕੱਪੜੇ ਨਹੀਂ, ਘਰ ਵਿੱਚ ਕੋਈ ਭਗਵਾਂ ਚਾਦਰਾ ਲੋਈ ਨਹੀਂ, ਇਹ ਕੀ ਹੈ? ਮੇਰੇ ਨੈਣ ਹਜੇ ਠੀਕ ਨਹੀਂ ਖੁੱਲੇ, ਅੱਜ ਥਕੇਵੇਂ ਕਰਕੇ ਨੀਂਦ ਗੂੜੀ ਪਈ ਹੈ, ਅੱਖਾਂ ਹਜੇ ਕੌੜੀਆਂ ਹਨ, ਰੱਜ ਨਹੀਂ ਸੁੱਤੀਆਂ, ਤਦੇ ਰੰਗ ਬਿਰੰਗ ਦੇਖਦੀਆਂ ਹਨ। ਪਰ ਫਿਰ ਕੁਛ ਕਮਰੇ ਵਿੱਚੋਂ ਸਵਾਦ ਆਵੇ। ਨਾਮ ਜੋ ਸਿੰਘ ਜੀ ਦੇ ਪ੍ਰਾਣਾਂ ਵਿੱਚ ਵਸਦਾ ਸੀ, ਤਿਰਖਾ ਟੁਰ ਰਿਹਾ ਹੈ, ਜਿਸ ਦੀ ਸੁੱਤੇ ਅਵਸਥਾ ਹੋ ਚੁੱਕੀ ਸੀ। ਸਿੰਘ ਆਪਣੇ ਨਾਮ ਦੇ ਪ੍ਰਵਾਹ ਵਿੱਚ ਸੁਆਦ ਵਧਿਆ ਦੇਖਦਾ ਹੈ, ਫਿਰ ਨੀਝ ਲਾ ਕੇ ਅੱਖਾਂ ਪੱਟ ਕੇ ਵਹੁਟੀ ਵੱਲ ਦੇਖਦਾ ਹੈ, ਕਹਿੰਦਾ ਹੈ ਤਾਂ ਭਗਵਾਂ ਵੇਸ ਤੇ ਮੇਰੀ ਹੀ ਪਿਆਰੀ ਦੀ ਗੋਦ, ਤੇ ਇਸ ਗੋਦ ਵਿੱਚ ਕੋਈ ਡਾਢਾ ਮਿੱਠਾ ਪਿਆਰਾ ਨਾਮ ਦਾ ਅਲੰਬ ਆਇਆ ਹੈ, ਚਾਹੇ ਚਮਤਕਾਰ ਹੈ ਕੋਈ, ਚਾਹੇ ਸਾਮਰਤਕ। ਆਹ ਦਿਲ ਨੇ ਟੋਹ ਲਾ ਲਈ, ਸੁਗੰਧ ਸੁੰਘ ਲਈ, ਕਿਤੇ ਇਹ ਵਿਲੱਖਾਂ ਚੀਰ ਭੇਸ ਵਟਾ ਕੇ ਪੈਂਡੇ ਮਾਰਦੀ ਬੱਚੀ ਤਾਂ ਨਹੀਂ ਆ ਗਈ।
ਮੇਰੇ ਹੀ ਜਿਗਰ ਦਾ ਟੁਕੜਾ ਤਾਂ ਨਹੀਂ ਪਿਆਰ ਗੋਦੀ ਵਿੱਚ ਆ ਬੈਠਾ। ਸਮਾਹਿਤ ਚਿੱਤ ਨੂੰ ਫਿਰ ਸੋਚ ਦੀ ਲੋੜ ਨਹੀਂ ਪਈ। ਬੇਵੱਸ ਆਵਾਜ਼ ਨਿਕਲੀ, ਸਤਵੰਤ, ਤੇ ਉਸੇ ਦਮ ਵਿੱਚ ਆਵਾਜ਼ ਆਈ, ਬਾਪੂ ਜੀਓ। ਤੇ ਅਗਲੀ ਛਿਣ ਵਿੱਚ ਜਿਗਰ ਦਾ ਟੁਕੜਾ ਜਿਗਰ ਨਾਲ ਜਾ ਵੱਜਾ। ਪਿਤਾ ਦੀ ਪਿਆਰ ਗੋਦ ਵਿੱਚ ਧੀ ਜਾ ਬੈਠੀ ਤੇ ਛਾਤੀ ਨਾਲ ਧੀ ਦਾ ਸਿਰ ਜਾ ਲੱਗਾ ਤੇ ਧੀ ਦੇ ਸਿਰ ਉੱਤੇ ਟੇਕਿਆ ਤੇ ਫਿਰ ਪਿਆ ਪਿਆਰਾਂ ਵਾਲਾ ਨਾਮ ਰਸੀਆ ਹੱਥ, ਬੇਟਾ ਜੀਓ, ਬੇਟਾ ਜੀਓ। ਉਸ ਨਾਮ ਰਸੀਆ ਰਸਨਾ ਤੋਂ ਉਚਾਰ ਹੋ ਰਿਹਾ ਹੈ। ਹਾਂ, ਉਹਨਾਂ ਰੰਗ ਰਤੜੇ ਨੈਣਾ ਤੋਂ ਕੋਈ ਕੋਈ ਤਰੇਲ ਮੋਤੀ ਕਦੇ ਕਦੇ ਕਿਰਦਾ ਹੈ। ਬੇਟਾ ਜੀਓ ਦੇ ਸੀਸ ਦੇ ਦਸਮ ਦੁਆਰ ਦੇ ਟਿਕਾਣੇ ਪੈਂਦਾ ਹੈ। ਝਰਨ ਝਰਨ ਝਰਨਾਟ ਬੇਟਾ ਜੀਓ ਦੇ ਸਰੀਰ ਵਿੱਚ ਹੁੰਦੀ ਹੈ। ਅੰਦਰ ਧੂ ਪੈਂਦੀ ਹੈ ਪਿਆਰ ਦੀ। ਹਾਂ, ਨਾਲੇ ਨਾਮ ਅੰਦਰ ਝੂਮਦਾ ਦਿਸਦਾ ਹੈ। ਆਪ ਉਸ ਦੇ ਦੁਆਲੇ ਪਰਿਕਰਮਾ ਕਰਦਾ ਜਾਪਦਾ ਹੈ। ਪਿਤਾ ਦੇ ਪਿਆਰ ਦਾ ਵਿਛੜ ਮਿਲਿਆਂ ਦਾ ਬੇਸੁੱਧ ਕਰ ਦੇਣ ਵਾਲਾ ਪਿਆਰ ਸਵਾਦ ਝਿਮ ਅੰਮ੍ਰਿਤ ਵਸਦਾ ਪੈ ਰਿਹਾ ਹੈ। ਵਿੱਚ ਨਾਮ ਦੀ ਮਗਨਤਾ ਨਾਮ ਮਹਾਰਸ ਦਾ ਸਵਾਦ ਸਿੰਜਰਦਾ ਹੈ। ਸਤਵੰਤ ਨੂੰ ਬੇਹੋਸ਼ੀ ਦੇ ਦਰਜੇ ਦੀ ਮਗਨਤਾ ਹੈ। ਕਿਸੇ ਵੇਲੇ ਡੋਬਾ, ਕਿਸੇ ਵੇਲੇ ਨਾਮ ਰਸ ਦਾ ਲਹਿਰਾ, ਕਿਸੇ ਵੇਲੇ ਕਲੇਜੇ ਵਿੱਚ ਅਗੰਮੀ ਧੂ, ਖਿੱਚ, ਕਸਕ ਪਿਆਰ ਤੇ ਨੈਣਾਂ ਦਾ ਸਾਰਾ ਹੀ ਡੁੱਲ ਪੈਣਾ। ਆਹਾ ਪਿਆਰ! ਰਾਮ ਜੀਓ, ਤੇਰੇ ਸਾਗਰ ਵਾਂਗੂ ਅਨੰਤ ਤਰੰਗ, ਤੇਰੇ ਲਹਿਰੇ ਸਦਾ ਨਵੇਂ ਤੋਂ ਨਵੇਂ, ਕੌਣ ਇਹਨਾਂ ਨੂੰ ਗਿਣੇ ਤੇ ਵਰਣਨ ਕਰੇ। ਹਾਂ, ਤੂੰ ਹੋ, ਤੂੰ ਆ, ਤੂੰ ਅੰਦਰ ਲੰਘ ਝੰਜੋਲ ਤੇ ਹਿਲੋਰੇ ਲਾ ਦੇ, ਜੀਵਨ ਰੁਮ ਕੇ ਛੇੜ ਦੇ, ਜਿਵਾ ਦੇ ਸਾਰੇ, ਜਿਵਾ ਦੇ ਜਿੰਨੇ ਹੋ ਸਕਨੀ। ਹਾਂ, ਇਸੇ ਵੇਲੇ ਬੇਟਾ ਜੀਓ ਇਸ ਪਿਆਰੀ ਗੋਦੀ ਵਿੱਚ, ਨਾਮ ਰਸੀਆ ਗੋਦੀ ਵਿੱਚ ਕੋਈ ਸਵਾਦ ਪੀਂਘਾਂ ਵਿੱਚ ਬੈਠੀ ਝੂਟੇ ਲੈ ਰਹੀ ਹੈ, ਜੋ ਝੂਟੇ ਉਸ ਨੂੰ ਰਸ ਮਗਨ ਕਰ ਰਹੇ ਹਨ। ਹਾਂ, ਮਦਹੋਸ਼ੀ ਹੈ, ਜਿਸ ਮਦਹੋਸ਼ੀ ਵਿੱਚ ਕਲੇਜਾ ਕਸਕਾਂ ਖਾਂਦਾ ਹੈ, ਲੀਨ ਹੁੰਦਾ ਹੈ, ਰਸ ਵਿੱਚ ਡੁੱਬਦਾ ਹੈ। ਸੁਰਤ ਕਿਸੇ ਸ਼ੁਕਰ ਤੇ ਕਿਸੇ ਉਚਿਆਨ ਵਿੱਚ ਉਡਾਰੀ ਮਾਰਦੀ ਹੈ, ਫਿਰ ਵਿਰਾਗ ਲਹਿਰੇ ਮਾਰਦਾ ਤੇ ਨੈਣ ਭਰ ਕੇ ਡੁੱਲ ਪੈਂਦੇ ਹਨ। ਫਿਰ ਕੋਈ ਨਾਮ ਰੰਗ ਦੀ ਲਹਿਰ ਆਉਂਦੀ ਹੈ, ਦਿਲ ਰਸ ਮਗਨਤਾ ਵਿੱਚ ਜਾਂਦਾ ਹੈ। ਫਿਰ ਆਪਾ ਝਰਨਾਟ ਖਾ ਕੇ ਬਿਰਹੋਂ ਦੇ ਤਰੰਗ ਤੇ ਮੇਲ ਦੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ। ਫਿਰ ਆਪਾ ਟਿਕ ਟਿਕ ਕੇ ਕਿਤੇ ਕਿਸੇ ਉੱਚੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ। ਮਾਂ ਤੱਕ ਰਹੀ ਹੈ, ਨੈਣ ਭਰ ਆ ਰਹੇ ਹਨ, ਕਲੇਜਾ ਠਰ ਰਿਹਾ ਹੈ। ਹੁਣ ਮਨ ਕਹਿ ਰਿਹਾ ਹੈ, ਸੁਪਨਾ ਨਹੀਂ ਪਰ ਪ੍ਰਤੱਖ ਹੈ। ਫਿਰ ਤਸੱਲੀ ਕਰਨ ਲਈ ਆਪਣੇ ਆਪ ਨੂੰ ਚੁੰਡੀ ਵੱਢ ਕੇ ਦੇਖਦੀ ਹੈ। ਫਿਰ ਧੀ ਦੇ ਪਿੰਡੇ ਤੇ ਹੱਥ ਫੇਰ ਕੇ ਵੇਖਦੀ ਹੈ। ਉੱਠ ਕੇ ਟੁਰਦੀ ਹੈ। ਪਤੀ ਜੀ ਦੇ ਮੰਜੇ ਤੇ ਹੱਥ ਫੇਰ ਕੇ ਤੱਕਦੀ ਹੈ ਕਿ ਮੰਜਾ ਖਾਲੀ ਹੈ। ਫਿਰ ਹੇਠਾਂ ਬੈਠੇ ਵੇਖ ਕੇ ਉਹਨਾਂ ਦੇ ਚਰਨਾਂ ਤੇ ਹੱਥ ਲਾ ਕੇ ਦੇਖਦੀ ਹੈ। ਮਲਕੜੇ ਪ੍ਰਤੀਤ ਕਰਦੀ ਹੈ ਕਿ ਉਹਨਾਂ ਦੇ ਹੀ ਚਰਨ ਹਨ, ਪਰ ਵੇਖੋ ਉਹ ਕਿਸੇ ਉੱਚੇ ਰੰਗ ਵਿੱਚ ਅਰੂੜ ਹਨ ਕਿ ਚਰਨਾਂ ਨੂੰ ਛੂੰਹਦਿਆਂ ਸਾਰ ਉਸ ਉੱਚੇ ਰੰਗ ਦੀ ਰਸ ਭਰੀ ਝਰਨਾਟ ਬਸੰਤ ਕੌਰ ਨੂੰ ਵੀ ਛਿੜਦੀ ਹੈ। ਉਹ ਅੱਗੇ ਹੀ ਪ੍ਰੇਮ ਰਾਜ ਦੇ ਪੰਘੂੜੇ ਝੂਟ ਰਹੀ ਸੀ। ਇਸ ਛੋਹ ਨਾਲ ਇੱਕ ਉੱਚੇ ਰਸ ਦੀ ਅਗੰਮੀ ਲਹਿਰ ਆਪਣੀ ਪ੍ਰਤੀਤੀ ਦੇਂਦੀ ਆ ਵੱਜੀ। ਜਾਣਦੀ ਤਾਂ ਸੀ ਪਤੀ ਜੀ ਨਾਮ ਰਸੀਆ ਹਨ, ਕਦੇ ਕਦੇ ਉਹਨਾਂ ਦੀ ਛੂਹ ਵਿੱਚ ਇਹ ਰੰਗ ਤੱਕਿਆ ਵੀ ਸੀ, ਪਰ ਅੱਜ ਉਹ ਰਸ ਬੜੇ ਜ਼ੋਰਾਂ ਦਾ ਸੀ ਅਰ ਸ਼ੈਬਰਾਂ ਲਾ ਕੇ ਵਰਸ ਰਿਹਾ ਸੀ। ਬਸੰਤ ਕੌਰ ਉਸ ਤਰ੍ਹਾਂ ਪਤੀ ਚਰਨਾਂ ਨੂੰ ਛੂੰਹਦੀ, ਉਸੇ ਤਰ੍ਹਾਂ ਹੱਥ ਧਰੇ ਚਰਨਾਂ ਤੇ ਧਰੀ ਰਹਿ ਗਈ। ਉਸੇ ਰੰਗ ਵਿੱਚ ਰੰਗ ਮਗਨ ਹੋ ਗਈ, ਆਪਣੇ ਆਪ ਦੇ ਅੰਦਰ ਨਾਮ ਰਸ ਵਿੱਚ। ਹਾਂ, ਦਾਤੇ ਦੇ ਅਰਸ਼ਾਂ ਦੇ ਪਤੀ ਦੇ ਰੰਗ ਵਿੱਚ ਟਿਕ ਗਈ। ਜੀਓ ਜੀ, ਇਹ ਪ੍ਰੇਮ ਮੂਰਤੀ, ਇਹ ਪਿਆਰਾਂ ਦਾ ਨਕਸ਼ਾ, ਇਹ ਸੱਚੇ ਉੱਚੇ ਗੁਰਮੁਖ ਪ੍ਰੇਮ ਦਾ ਰੰਗ, ਇਹ ਉਸ ਇਸ਼ਕ ਦੇ ਦੇਵਤੇ ਦਾ ਬੁੱਤਖਾਨਾ ਇਸੇ ਤਰ੍ਹਾਂ ਲੱਗਾ ਰਹੇ। ਰਸ ਰੰਗ ਦੀ ਮਿੱਠੀ ਮਿੱਠੀ ਤਰੇਲ ਪੈਂਦੀ ਰਹੇ। ਨਾਮ ਦਾ ਪ੍ਰਵਾਹ ਬਰੀਕ ਬਰੀਕ ਫੁਹਾਰੇ ਵਾਂਗ ਚੱਲਦਾ ਰਹੇ। ਚੰਦਰਮਾ ਝੁਕ ਕੇ ਬਾਰੀਆਂ ਵਿੱਚੋਂ ਅੰਦਰ ਆ ਦਰਸ਼ਨ ਕਰ ਠਰਦਾ ਰਹੇ। ਤਾਰੇ ਲਟਕ ਕੇ ਖਿੜਕੀਆਂ ਵਿੱਚੋਂ ਤੱਕਦੇ ਲੜਕੀਆਂ ਨਜ਼ਰਾਂ ਪਾ ਇਸ ਨੂਰਾਨੀ ਛੂਹ ਨਾਲ ਛੂ ਕੇ ਚਮਕਦੇ ਡਲਕਦੇ ਰਹਿਣ। ਧੰਨਵਾਦ।